ਟਿਵਾਣਾ ਰੇਡੀਓ ਦੇ ਸਤਿਕਾਰ ਸਰੋਤਿਓ, ਲਓ ਤੁਹਾਡੀ ਪੇਸ਼ੇ ਨਜ਼ਰ ਹੈ ਇੱਕ ਚੀਨ ਦੀ ਕਹਾਣੀ, ਕਵੀਆਂ ਦਾ ਕਲੱਬ। ਲੇਖਕ ਨੇ ਵਾਂਗ ਸ਼ੂ। ਨਵੰਬਰ ਦੀ 8 ਤਰੀਕ ਸੀ। ਉੱਤਰ ਪੱਛਮ ਦੀ ਯਾਤਰਾ ਦੇ ਵਿੱਚ ਇੱਕ ਦਿਨ ਪੂਰਾ ਨਹੀਂ ਸੀ ਹੋਇਆ ਕਿ ਮੈਨੂੰ ਆਪਣੀ ਮਾਂ ਦੀ ਬਿਮਾਰੀ ਦੀ ਖਬਰ ਮਿਲੀ। ਮਜਬੂਰਨ ਯਾਤਰਾ ਅੱਗੇ ਪਾਉਣੀ ਪਈ ਅਤੇ ਘਰ ਵੱਲ ਵਾਪਸ ਤੁਰਨਾ ਪਿਆ। ਅਗਲੇ ਦਿਨ ਦੁਪਹਿਰ ਪਿੱਛੋਂ ਮੈਂ ਵੇਨਨ ਆ ਗਿਆ, ਪਰ ਅਚਾਨਕ ਹੀ ਸਰਦੀ ਵੱਧ ਗਈ ਅਤੇ ਮਹਿਸੂਸ ਹੁੰਦਾ ਸੀ ਕਿ ਬਰਫ਼ ਡਿੱਗਣੀ ਸ਼ੁਰੂ ਹੋ ਜਾਵੇਗੀ। ਉੱਥੋਂ ਦੇ ਮੈਜਿਸਟਰੇਟ ਸ਼੍ਰੀ ਲੀ ਨੇ, ਜੋ ਮੈਨੂੰ ਪਹਿਲਾਂ ਤੋਂ ਜਾਣਦਾ ਸੀ, ਉਸ ਨੇ ਮੈਨੂੰ ਸ਼ਰਾਬ ਪੀਣ ਲਈ ਰੁਕਣ ਲਈ ਆਖਿਆ। ਉਸ ਵੇਲੇ ਸ਼ਾਮ ਪੈਣ ਦੇ ਵਿੱਚ ਥੋੜ੍ਹੀ ਦੇਰ ਸੀ। ਮੈਂ ਆਪਣੇ ਨੌਕਰ ਨੂੰ ਅਗਲੇ ਪਿੰਡ ਦੇ ਵਿੱਚ ਰੁਕ ਕੇ ਉਡੀਕ ਕਰਨ ਲਈ ਕਿਹਾ ਅਤੇ ਉਹ ਸਮਾਨ ਲੈ ਕੇ ਅੱਗੇ ਵਧ ਗਿਆ। ਅਗਲਾ ਪਿੰਡ ਜ਼ਿਆਦਾ ਦੂਰ ਨਹੀਂ ਸੀ। ਮੇਰਾ ਘੋੜਾ ਕਾਫੀ ਚੰਗਾ ਸੀ, ਇਸ ਲਈ ਮੈਂ ਸੋਚਿਆ ਕਿ ਉੱਥੇ ਅੱਧੀ ਰਾਤ ਤੋਂ ਪਹਿਲਾਂ ਪਹੁੰਚ ਜਾਵਾਂਗਾ ਅਤੇ ਇੰਨੇ ਨੂੰ ਬਰਫ਼ ਡਿੱਗਣੀ ਸ਼ੁਰੂ ਹੋ ਗਈ। ਇਸ ਲਈ ਮੇਰੇ ਮਿੱਤਰ ਨੇ, ਜੋ ਉੱਥੋਂ ਮੈਜਿਸਟਰੇਟ ਸੀਗਾ, ਉਸ ਨੇ ਮੈਨੂੰ ਉੱਥੇ ਰਾਤ ਰੁਕਣ ਲਈ ਆਖਿਆ। ਮੈਂ ਦੱਸਿਆ ਕਿ ਮੈਂ ਘਰ ਜਲਦੀ ਜਾਣਾ ਅਤੇ ਇਸ ਕਰਕੇ ਮੈਂ ਜ਼ਬਰਦਸਤੀ ਉੱਥੋਂ ਨਿਕਲ ਪਿਆ। ਸ਼ਹਿਰੋਂ ਬਾਹਰ ਆਉਂਦਿਆਂ ਹੀ ਅਸਮਾਨ ਦੇ ਵਿੱਚ ਚੱਕਰ ਖਾਂਦੇ ਹੋਏ ਬਰਫ਼ ਦੇ ਗੋਲਿਆਂ ਦੀ ਧੁੰਦ ਦੇ ਵਿੱਚ ਕੁਝ ਵੀ ਦਿਖਾਈ ਨਹੀਂ ਸੀ ਦਿੰਦਾ ਅਤੇ ਮੇਰੇ ਘੋੜੇ ਦੀ ਧੌਣ ਦੇ ਕਾਲੇ ਵਾਲ ਬਰਫ਼ ਦੇ ਗੋਲਿਆਂ ਨਾਲ ਲੱਦੇ ਗਏ। ਚਸ਼ੂਈ ਜਾਣ ਵਾਲੀ ਸੜਕ 'ਤੇ ਮੈਂ ਬਹੁਤ ਹੌਲੀ ਚਾਲ ਦੇ ਨਾਲ ਤੁਰਿਆ ਜਾ ਰਿਹਾ ਸੀ ਅਤੇ ਇਸ ਵਿੱਚ ਮੈਨੂੰ ਇੱਕ ਵੀ ਰਾਹਗੀਰ ਰਸਤੇ ਦੇ ਵਿੱਚ ਕੋਈ ਨਾ ਮਿਲਿਆ। ਤੋਂਗਯਾਂਗ ਤੱਕ ਪਹੁੰਚਦਿਆਂ ਕਾਫੀ ਹਨੇਰਾ ਹੋ ਗਿਆ। ਮੈਂ ਉੱਥੋਂ ਦੇ ਇੱਕ ਵਿਸ਼ਰਾਮ ਘਰ ਦੇ ਵਿੱਚ ਹਲਕਾ ਜਿਹਾ ਭੋਜਨ ਕੀਤਾ ਅਤੇ ਫਿਰ ਅੱਗੇ ਆਪਣੀ ਮੰਜ਼ਿਲ ਵੱਲ ਨੂੰ ਵੱਧ ਗਿਆ। ਬਰਫ਼ ਨਾਲ ਢੱਕੀ ਧਰਤੀ, ਹਲਕੇ ਹਲਕੇ ਬੱਦਲਾਂ ਦੇ ਵਿੱਚੋਂ ਛਣ ਕੇ ਆਉਂਦੀ ਹੋਈ ਚਾਂਦੀ ਅਤੇ ਸਰਦ ਮੌਸਮ ਦੇ ਖੁਸ਼ਨੁਮਾ ਦਾਮਨ ਦੇ ਵਿੱਚ ਲਿਪਟਿਆ ਹੋਇਆ ਵਾਤਾਵਰਨ ਸਵਰਗ ਦਾ ਨਜ਼ਾਰਾ ਪੇਸ਼ ਕਰ ਰਿਹਾ ਸੀ। ਮੈਂ ਤੁਰਨ ਤੋਂ ਪਹਿਲਾਂ ਆਪਣੇ ਮੈਜਿਸਟਰੇਟ ਦੋਸਤ ਕੋਲੋਂ ਸ਼ਰਾਬ ਪੀ ਲਈ ਸੀ ਅਤੇ ਜਿਸ ਨਾਲ ਮੈਨੂੰ ਉਸ ਕੜਾਕੇਦਾਰ ਠੰਡ ਦੇ ਵਿੱਚ ਕਾਫੀ ਗਰਮੀ ਮਹਿਸੂਸ ਹੋ ਰਹੀ ਸੀ ਅਤੇ ਬਹੁਤ ਮਜ਼ਾ ਆ ਰਿਹਾ ਸੀ। ਪਰ ਸਰਦੀ ਦੇ ਕਾਰਨ ਅਤੇ ਬਰਫ਼ ਦੇ ਕਾਰਨ ਮੇਰਾ ਘੋੜਾ ਕਦੇ ਕਦੇ ਰੁਕ ਜਾਂਦਾ ਅਤੇ ਖੁਰ ਪਟਕਣ ਲੱਗਦਾ, ਕਰਾ ਉੱਠਦਾ, ਜਿਵੇਂ ਉਸ ਨੂੰ ਕੋਈ ਭੂਤ ਦਿਖਾਈ ਦੇ ਰਿਹਾ ਹੋਵੇ। ਬਰਫ਼ ਤੇਜ਼ ਡਿੱਗਣੀ ਸ਼ੁਰੂ ਹੋ ਗਈ। ਅਗਲਾ ਰਸਤਾ ਠੀਕ ਸਮਝ ਨਹੀਂ ਸੀ ਆਉਂਦਾ, ਇਸ ਲਈ ਡਰ ਨਾਲ ਕਿ ਕਿਤੇ ਰਾਹ ਨਾ ਭੁੱਲ ਜਾਵਾਂ, ਮੈਂ ਆਪਣੇ ਕੰਨ ਢੱਕ ਲਏ ਅਤੇ ਸੜਕ 'ਤੇ ਨਜ਼ਰ ਗੱਡੀ ਰੱਖੀ। ਮੁਸ਼ਕਿਲ ਨਾਲ ਮੈਂ 1 ਮੀਲ ਹੀ ਤੁਰਿਆ ਹੋਵਾਂਗਾ ਕਿ ਮੈਂ ਇੱਕ ਘਾਟੀ ਵੱਲ ਜਾਣ ਵਾਲੀ ਢਾਲ 'ਤੇ ਆ ਪਹੁੰਚਿਆ। ਥੋੜ੍ਹੀ ਦੂਰ ਇੱਕ ਪੁਰਾਣਾ ਮੰਦਰ ਦਿਖਾਈ ਦਿੱਤਾ ਅਤੇ ਮੈਂ ਅਗਲੇ ਸ਼ਹਿਰ ਪਹੁੰਚਣ ਦਾ ਵਿਚਾਰ ਛੱਡ ਦਿੱਤਾ ਅਤੇ ਰਾਤ ਭਰ ਉੱਥੇ ਹੀ ਠਹਿਰਨ ਦੇ ਇਰਾਦੇ ਨਾਲ ਮੰਦਰ ਵੱਲ ਨੂੰ ਵਧਿਆ। ਜਿਉਂ ਹੀ ਮੈਂ ਆਪਣਾ ਘੋੜਾ ਇੱਕ ਰੁੱਖ ਨਾਲ ਬੰਨ੍ਹਿਆ ਤਾਂ ਉਹ ਪੈਰ ਸਮੇਟ ਕੇ ਟੱਪਣ ਲੱਗਾ। ਉਸ ਦੀਆਂ ਅੱਖਾਂ ਫੈਲ ਗਈਆਂ ਅਤੇ ਨਾਸਾਂ ਕੰਬਣ ਲੱਗ ਗਈਆਂ। ਮੈਂ ਬੜੀ ਮੁਸ਼ਕਿਲ ਨਾਲ ਰੋਹ ਦੇ ਵਿੱਚ ਆਏ ਆਪਣੇ ਘੋੜੇ ਨੂੰ ਸ਼ਾਂਤ ਕੀਤਾ। ਮੈਂ ਇੱਕ ਮੰਦਰ ਵੱਲ ਵਧਦਿਆਂ ਹੋਇਆ ਜ਼ੋਰ ਨਾਲ ਆਵਾਜ਼ ਮਾਰੀ, ਕੋਈ ਅੰਦਰ ਹੈ? ਤਾਂ ਮੰਦਰ ਦੇ ਵਿੱਚ ਘੁੱਪ ਹਨੇਰਾ ਸੀ। ਇਹ ਮੰਦਰ ਬਿਲਕੁਲ ਵੀਰਾਨ ਲੱਗਦਾ ਸੀ, ਪਰ ਕਿਸੇ ਨੇ ਕੋਈ ਜਵਾਬ ਨਾ ਦਿੱਤਾ। ਮੈਂ ਮੰਦਰ ਦੇ ਅੰਦਰ ਝਾਕਣ ਲਈ ਵੇਦੀ 'ਤੇ ਚੱਕਰ ਲਾਇਆ ਅਤੇ ਅੰਦਰ ਤੇਲ ਦੇ ਦੀਵੇ ਦੀ ਮੱਠੀ ਲੋ ਚਮਕ ਰਹੀ ਸੀ। ਮੈਂ ਫਿਰ ਉੱਚੀ ਆਵਾਜ਼ ਮਾਰੀ ਕਿ ਅੰਦਰ ਕੋਈ ਹੈ? ਤਾਂ ਹਲਕੇ ਭੂਰੇ ਰੰਗ ਦੇ ਲਿਬਾਸ ਦੇ ਵਿੱਚ ਲਿਪਟਿਆ ਹੋਇਆ ਇੱਕ ਬੁੱਢਾ ਸੰਨਿਆਸੀ ਦਰਵਾਜ਼ੇ 'ਤੇ ਆਇਆ ਅਤੇ ਬੋਲਿਆ, ਅੰਦਰ ਆ ਜਾਓ। ਉਸ ਦੀਆਂ ਪਲਕਾਂ ਲਟਕ ਗਈਆਂ ਸਨ ਅਤੇ ਕੁੱਬ ਦੇ ਕਾਰਨ ਉਸ ਨੂੰ ਆਪਣੀ ਧੌਣ ਚੁੱਕ ਕੇ ਦੇਖਣਾ ਪੈਂਦਾ ਸੀ। ਜਿਸ ਢੰਗ ਨਾਲ ਉਸ ਨੇ ਠੋਡੀ ਉੱਪਰ ਚੁੱਕ ਕੇ ਮੇਰਾ ਨਿਰੀਖਣ ਕੀਤਾ, ਉਹ ਹੋਰ ਵੀ ਮਨੋਰੰਜਕ ਲੱਗਦਾ ਸੀ। ਇਹ ਇੰਝ ਲੱਗਾ ਜਿਵੇਂ ਕੋਈ ਬੁੱਢਾ ਆਪਣੇ ਨੱਕ 'ਤੇ ਰੱਖੀ ਐਨਕ ਦੇ ਉੱਪਰੋਂ ਕਿਸੇ ਬੱਚੇ ਨੂੰ ਘੂਰ ਰਿਹਾ ਹੋਵੇ। ਇਹ ਸ਼ਾਇਦ ਕਿਸੇ ਦੀ ਉਡੀਕ ਦੇ ਵਿੱਚ ਬੈਠਾ ਹੋਵੇ, ਕਿਉਂਕਿ ਜਿਵੇਂ ਵੀ ਮੈਂ ਅੰਦਰ ਵੜਿਆ ਉਹ ਬੋਲਿਆ, ਸ਼੍ਰੀ ਹੌਂਗ ਆ ਚੁੱਕੇ ਨੇ। ਮੈਂ ਤੁਰੰਤ ਹੀ ਆਪਣੀ ਸਥਿਤੀ ਸਮਝਾਉਂਦਿਆਂ ਕਿਹਾ ਕਿ ਮੈਂ ਇੱਕ ਯਾਤਰੀ ਹਾਂ, ਮੈਂ ਬਰਫ਼ ਦੇ ਤੂਫਾਨ ਦੇ ਵਿੱਚ ਇੱਥੇ ਫਸ ਗਿਆ ਅਤੇ ਕੀ ਤੁਸੀਂ ਮੈਨੂੰ ਇੱਥੇ ਰਾਤ ਮੰਦਰ 'ਚ ਰੁਕਣ ਦੇ ਦਿਓਗੇ ਤਾਂ ਮਿਹਰਬਾਨੀ ਹੋਵੇਗੀ। ਤਾਂ ਉਹ ਬੋਲਿਆ, ਤੂੰ ਇਸ ਤੂਫਾਨ ਦੇ ਵਿੱਚ ਕਿੱਥੇ ਜਾ ਰਿਹਾ ਸੀ? ਅਤੇ ਮੈਂ ਦੱਸਿਆ ਕਿ ਮੈਂ ਆਪਣੇ ਘਰ ਪੇਂਗਚਿੰਗ। ਅਤੇ ਫਿਰ ਉਸਨੇ ਮੈਨੂੰ ਧਿਆਨ ਨਾਲ ਵੇਖਿਆ ਅਤੇ ਬੋਲਿਆ, ਤੂੰ ਕਾਬਲ ਬੰਦਾ ਲੱਗਦਾ। ਅੱਜ ਰਾਤ ਸਾਡੇ ਕੁਝ ਮਿੱਤਰ ਆਉਣ ਵਾਲੇ ਨੇ, ਤੂੰ ਸਾਡੇ ਨਾਲ ਚਾਹੇ ਤਾਂ ਬੈਠ ਸਕਦਾ। ਕੀ ਤੂੰ ਕਵਿਤਾਵਾਂ ਲਿਖਦਾ ਹੈ? ਤਾਂ ਮੈਂ ਨਿਮਰਤਾ ਨਾਲ ਉਸ ਸੰਨਿਆਸੀ ਨੂੰ ਉੱਤਰ ਦਿੱਤਾ, ਜੀ ਮੈਂ ਥੋੜ੍ਹੀ ਬਹੁਤੀ ਤੁਕਬੰਦੀ ਕਰ ਲੈਂਦਾ। ਉਹ ਬੋਲਿਆ, ਬਹੁਤ ਵਧੀਆ, ਸਾਡੀ ਖੁਸ਼ਕਿਸਮਤੀ ਹੈ ਕਿ ਤੁਸੀਂ ਇੱਥੇ ਪਹੁੰਚੇ। ਇੰਨੀ ਸੁੰਨਸਾਨ ਅਜਿਹੀ ਭਿਆਨਕ ਰਾਤ ਦੇ ਵਿੱਚ ਕਵੀ ਸੰਮੇਲਨ ਦੀ ਗੱਲ ਸੁਣ ਕੇ ਮੈਂ ਹੈਰਾਨ ਸੀ ਕਿ ਇੰਨਾ ਬਰਫੀਲਾ ਤੂਫਾਨ ਹੈ ਅਤੇ ਇਹ ਕਵੀ ਆਪਣਾ ਕਵੀ ਕਲੱਬ ਕਰ ਰਹੇ ਨੇ। ਅਤੇ ਮੈਨੂੰ ਬਾਅਦ 'ਚ ਪਤਾ ਲੱਗਾ ਕਿ ਜਿਹੜੇ ਕਵੀ ਇੱਥੇ ਇਕੱਠੇ ਹੋਣ ਵਾਲੇ ਨੇ, ਉਹਨਾਂ ਦਾ ਆਪਣਾ ਹੀ ਇੱਕ ਦਲ ਸੀਗਾ, ਇੱਕ ਗਰੁੱਪ ਸੀ ਅਤੇ ਉਹ ਇੱਕ ਨਵੀਂ ਕਿਸਮ ਦੀ ਕਵਿਤਾ ਸਾਹਿਤ ਦੇ ਵਿੱਚ ਚਲਾਉਣਾ ਚਾਹੁੰਦੇ ਸਨ।
ਉਹਨਾਂ ਦੇ ਵਿੱਚੋਂ ਹਰੇਕ ਕਵੀ ਬੜੀ ਮਿਹਨਤ ਕਰਕੇ ਨਵੀਂ ਕਿਸਮ ਦੀ ਕਵਿਤਾ ਲਿਖਣ ਤੋਂ ਬਾਅਦ ਸੋਚਦਾ ਸੀ ਕਿ ਉਹ ਅਮਰ ਹੋ ਗਿਆ। ਕਮਰੇ ਦੇ ਇੱਕ ਕੋਨੇ ਦੇ ਵਿੱਚ ਵੱਡੇ ਢਿੱਡ ਵਾਲਾ ਇੱਕ ਬੰਦਾ ਆਰਾਮ ਨਾਲ ਬੈਠਾ ਸੀ। ਉਹ ਬੰਦਾ ਇੰਨਾ ਲਾਪਰਵਾਹ ਸੀ ਕਿ ਜਦੋਂ ਮੈਂ ਅੰਦਰ ਵੜਿਆ ਤਾਂ ਉਹ ਉੱਠ ਕੇ ਖੜ੍ਹਾ ਤੱਕ ਨਾ ਹੋਇਆ। ਇਸ ਬੰਦੇ ਦਾ ਨਾਂ ਸ਼੍ਰੀ ਹੌਂਕ ਸੀਗਾ। ਬੁੱਢੇ ਸੰਨਿਆਸੀ ਨੇ ਮੇਰੀ ਜਾਣ ਪਹਿਚਾਣ ਕਰਾਉਂਦਿਆਂ ਆਖਿਆ ਕਿ ਇਹ ਹਨ ਸ਼੍ਰੀ ਚਿੰਗ, ਇਹ ਇੱਕ ਵੱਡੇ ਕਵੀ ਨੇ। ਘਰ ਜਾ ਰਹੇ ਸਨ ਕਿ ਮੈਂ ਅੱਜ ਦੇ ਕਵੀ ਸੰਮੇਲਨ ਲਈ ਇਹਨਾਂ ਨੂੰ ਰੋਕ ਲਿਆ ਤਾਂ ਸ਼੍ਰੀ ਹੌਂਗ ਨੇ ਮੈਨੂੰ ਘੂਰ ਕੇ ਵੇਖਿਆ ਅਤੇ ਉੱਠਣ ਦੀ ਕੋਸ਼ਿਸ਼ ਕੀਤੀ। ਮੈਂ ਆਖਿਆ ਨਹੀਂ ਨਹੀਂ ਉੱਠੋ ਨਾ, ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਉਹ ਛੋਟੇ ਕੱਦ ਦਾ ਤਕੜਾ ਬੰਦਾ ਸੀ ਅਤੇ ਉਸ ਦੀ ਠੋਡੀ ਦੇ ਥੱਲੇ ਕਾਫੀ ਚਰਬੀ ਲਟਕ ਗਈ ਸੀ। ਉਸ ਦੀਆਂ ਸਫੈਦ ਚਮਕਦੀਆਂ ਹੋਈਆਂ ਗੱਠੀਆਂ ਉਂਗਲਾਂ ਛਾਤੀ ਦੇ ਕੋਲ ਇੱਕ ਦੂਜੀ ਨਾਲ ਉਲਝੀਆਂ ਹੋਈਆਂ ਸਨ। ਮੈਨੂੰ ਉਹ ਬਹੁਤ ਪਸੰਦ ਆਇਆ। ਉਸ ਤੋਂ ਪਿੱਛੋਂ ਮੈਂ ਆਪਣੇ ਮੇਜ਼ਬਾਨ ਨੂੰ ਆਖਿਆ, ਉਸ ਸੁਆਮੀ ਨੂੰ, ਸੰਨਿਆਸੀ ਨੂੰ, ਕਿ ਮਾफ़ ਕਰਨਾ, ਮੈਨੂੰ ਅਜੇ ਤੱਕ ਸ਼੍ਰੀਮਾਨ ਦੇ ਨਾਂ ਨਾਲ ਜਾਣੂ ਹੋਣ ਦਾ ਮੌਕਾ ਨਹੀਂ ਮਿਲਿਆ। ਤਾਂ ਉਸਨੇ ਭਾਰੀ ਅਤੇ ਧੀਮੇ ਲਹਿਜੇ ਦੇ ਵਿੱਚ ਆਖਿਆ ਕਿ ਮੈਨੂੰ ਫਰੈਡਰਿਕ ਡੋਮੇਡਰੀ ਹੰਫਰੇ ਕਹਿੰਦੇ ਨੇ। ਅਤੇ ਹੌਂਗ ਵਿੱਚੋਂ ਹੀ ਬੋਲ ਪਿਆ, ਅਸੀਂ ਇਹਨਾਂ ਨੂੰ ਹੰਫਸ ਕਹਿ ਕੇ ਬੁਲਾਉਂਦੇ ਹਾਂ। ਉਹ ਠਹਾਕਾ ਮਾਰ ਕੇ ਹੱਸਿਆ। ਮੈਂ ਪੁੱਛਿਆ, ਤੁਹਾਡੀ ਉਮਰ ਕਿੰਨੀ ਹੈ? ਉਹ ਬੋਲਿਆ, ਮੈਂ 80 ਸਾਲ ਦਾ ਹੋ ਚੁੱਕਾ। ਮੈਂ ਆਪਣੇ ਜ਼ਮਾਨੇ 'ਚ ਤੇਰੇ ਵਾਂਗੂ ਬਹੁਤ ਘੁੰਮਦਾ ਰਹਿੰਦਾ ਸੀ। ਬਿਨਾਂ ਕੁਝ ਖਾਧੇ ਪੀਤੇ ਸੈਂਕੜੇ ਮੀਲ ਦਾ ਫਾਸਲਾ ਤੈਅ ਕਰ ਲੈਂਦਾ ਸੀ, ਫਿਰ ਵੀ ਨਹੀਂ ਸੀ ਥੱਕਦਾ। ਮੈਂ ਅਕਸਰ ਕਈ ਦਿਨ ਤੱਕ ਬਾਹਰ ਰਹਿੰਦਾ ਸੀ, ਪਰ ਹੁਣ ਲੱਤਾਂ ਦੇ ਜੋੜ ਸਖਤ ਪੈਂਦੇ ਜਾ ਰਹੇ ਨੇ। ਅਤੇ ਉਸਨੇ ਮੈਨੂੰ ਗਠੀਏ ਨਾਲ ਜਕੜੇ ਆਪਣਾ ਗੋਡਾ ਦਿਖਾਇਆ ਅਤੇ ਦੱਸਿਆ ਕਿ ਇਹ ਉਸਨੂੰ ਸਰਦੀ ਅਤੇ ਬਰਸਾਤ ਦੇ ਦਿਨਾਂ ਦੇ ਵਿੱਚ ਬਹੁਤ ਤਕਲੀਫ ਦਿੰਦਾ। ਅਤੇ ਬੀਤੇ ਦਿਨਾਂ ਦੀ ਯਾਦ ਵਿੱਚ ਉਹ ਗੁਆਚਿਆ ਹੋਇਆ ਸੀ ਅਤੇ ਅਚਾਨਕ ਹੀ ਉੱਠਿਆ ਅਤੇ ਬੋਲਿਆ, ਹੈਰਾਨੀ ਦੀ ਗੱਲ ਹੈ ਕਿ ਪ੍ਰੋਫੈਸਰ ਪਾਈਨ ਅਜੇ ਤੱਕ ਨਹੀਂ ਆਏ। ਉਹ ਤਾਂ ਸਭ ਤੋਂ ਪਹਿਲਾਂ ਆ ਜਾਂਦੇ ਨੇ। ਮੈਂ ਪੁੱਛਿਆ, ਪ੍ਰੋਫੈਸਰ ਪਾਈਨ ਕੌਣ ਨੇ? ਉਹਨਾਂ ਦਾ ਨਾਮ ਪ੍ਰੋਫੈਸਰ ਪੋਟਰ ਕਿਊ ਪਾਈਨ ਹੈ, ਸੰਨਿਆਸੀ ਨੇ ਉੱਤਰ ਦਿੱਤਾ। ਅਤੇ ਉਹ ਆਉਣ ਹੀ ਵਾਲੇ ਨੇ। ਅਸੀਂ ਉਹਨਾਂ ਨੂੰ ਇੱਕ ਮਹਾਨ ਆਲੋਚਕ ਸਮਝਦੇ ਹਾਂ। ਸਾਡੇ ਮੇਜ਼ਬਾਨ ਦਾ ਸੁਭਾਅ ਸੰਨਿਆਸੀ ਦਾ ਬਹੁਤ ਚੰਗਾ ਸੀ। ਉਹ ਧੌਣ ਬਾਹਰ ਕਰਕੇ ਸਾਰਿਆਂ ਦੀ ਉਡੀਕ ਕਰ ਰਿਹਾ ਸੀ। ਥੋੜ੍ਹੀ ਦੇਰ ਬਾਅਦ ਬਾਹਰਲੇ ਮੈਦਾਨ ਦੇ ਵਿੱਚ ਆਵਾਜ਼ ਆਈ, ਬਾਹੂ ਬਾਹੂ, ਮੈਂ ਇੱਥੇ ਹਾਂ। ਇੱਕ ਪਤਲਾ ਜਿਹਾ ਹਸਮੁਖ ਨੌਜਵਾਨ ਹਲਕੇ ਕਦਮਾਂ ਨਾਲ ਨੱਚਦਾ ਹੋਇਆ ਅੰਦਰ ਆਇਆ। ਉਹ ਗਾ ਰਿਹਾ ਸੀ, ਲੜਖੜਾਤੇ ਕਦਮੋਂ ਸੇ ਚਲੇ ਆ ਰਹਾ ਹੂੰ, ਕਿਉਂ ਤੇ ਕਿਵੇਂ ਰਿਹਾ। ਉਸਨੇ ਬੈਂਚ ਕੰਬਲ 'ਤੇ ਸੁੱਟਿਆ ਅਤੇ ਅੱਗ ਦੇ ਚਾਰੇ ਪਾਸੇ ਨੱਚਦਿਆਂ ਬੋਲਿਆ। ਹੰਫੇ, ਜੋ ਉੱਥੇ ਬੈਠਾ ਪਹਿਲਾ ਮੋਟਾ ਕਵੀ ਸੀ, ਮੇਰੇ ਵੱਲ ਬੋਲਿਆ, ਇਹ ਹਨ ਸ਼੍ਰੀ ਡੌਨਲਡ ਕੇ। ਅਸੀਂ ਇਹਨਾਂ ਨੂੰ ਡੌਨ ਕਹਿੰਦੇ ਹਾਂ। ਇਹ ਬੜੀਆਂ ਮੌਲਿਕ ਅਤੇ ਸੁੰਦਰ ਕਵਿਤਾਵਾਂ ਲਿਖਦੇ ਨੇ। ਸਾਨੂੰ ਇਹਨਾਂ ਤੋਂ ਬੜੀਆਂ ਉਮੀਦਾਂ ਨੇ। ਉਹ ਮੈਨੂੰ ਮੁਖਾਤਬ ਹੁੰਦਾ ਬੋਲਿਆ ਅਤੇ ਹੱਸ ਪਿਆ। ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਉਹ ਹੱਸਿਆ ਤਾਂ ਉਹਦੇ ਚਿੱਟੇ ਦੰਦ ਚਮਕ ਪਏ। ਅਤੇ ਲੜਖੜਾਤੇ ਕਦਮੋਂ ਸੇ ਚਲਾ ਆ ਰਹਾ ਹੂੰ, ਨਹੀਂ ਦਰਦੇ ਦਿਲ ਕਾ ਸਹਾਰਾ ਹੈ ਕੋਈ। ਉਸਨੇ ਆਪਣੀ ਨਜ਼ਮ ਛੋਈ। ਹੌਂਗ ਨੇ ਖਰਖਰਾਉਂਦੀ ਆਵਾਜ਼ ਦੇ ਵਿੱਚ ਆਖਿਆ, ਚੰਗੀ ਹੈ ਚੰਗੀ ਹੈ, ਤੇਰੀ ਕਵਿਤਾਵਾਂ ਤਾਂ ਸਿਰਫ ਤਰੰਨਮ 'ਚ ਹੀ ਚੰਗੀਆਂ ਲੱਗਦੀਆਂ ਨੇ। ਡੌਨ, ਤੇਰੀ ਸ਼ਕਲ ਦੇਖਣ ਤੋਂ ਨਹੀਂ ਲੱਗਦਾ ਕਿ ਤੂੰ ਲੜਖੜਾਉਂਦੇ ਕਦਮਾਂ ਨਾਲ ਦਰਦੇ ਦਿਲ ਸਾਂਭੀ ਤੁਰਿਆ ਫਿਰਦਾ। ਹਨੇਰੇ ਕੋਨੇ ਦੇ ਵਿੱਚ ਇੱਕ ਹੋਰ ਤੇਜ਼ ਆਵਾਜ਼ ਆਈ, ਓਹੋ ਪ੍ਰੋਫੈਸਰ, ਤੂੰ ਕਦੋਂ ਅੰਦਰ ਆਇਆ? ਸੰਨਿਆਸੀ ਨੇ ਉਸ ਬੋਲਣ ਵਾਲੇ ਨੂੰ ਪੁੱਛਿਆ। ਉਹ ਬੋਲਿਆ, ਮੇਰੀਆਂ ਤੇ ਹੌਂਗ ਦੀਆਂ ਅੱਖਾਂ ਹਨੇਰੇ ਕੋਨੇ ਵੱਲ ਮੁੜੀਆਂ। ਛੋਟੇ ਕੱਦ ਦਾ ਇੱਕ ਬੰਦਾ ਆਪਣੀ ਥਾਂ ਸੁੰਗੜਿਆ ਬੈਠਾ ਸੀ ਅਤੇ ਉਸ ਦੀਆਂ ਛੋਟੀਆਂ ਤੇਜ਼ ਅੱਖਾਂ ਚਮਕ ਰਹੀਆਂ ਸਨ। ਅਤੇ ਤੈਨੂੰ ਇਸ ਤਰ੍ਹਾਂ ਨੱਚਦਿਆਂ ਦੇਖ ਕੇ ਕੋਈ ਕਹਿ ਨਹੀਂ ਸਕਦਾ ਕਿ ਤੂੰ ਬੇਸਹਾਰਾ ਮਾਰਿਆ ਜਾ ਰਿਹਾ। ਉਸਨੇ ਕਹਿਣਾ ਜਾਰੀ ਰੱਖਿਆ, ਪ੍ਰੋਫੈਸਰ, ਤੂੰ ਸਦਾ ਦੱਬੇ ਪੈਰੀਂ ਅੰਦਰ ਆ ਜਾਣਾ, ਸਾਨੂੰ ਪਤਾ ਵੀ ਨਹੀਂ ਲੱਗਦਾ। ਸੰਨਿਆਸੀ ਨੇ ਆਖਿਆ, ਡੌਨ ਵਾਂਗੂ ਨੱਚਦਿਆਂ ਗਾਉਂਦਿਆਂ ਅਤੇ ਰੌਲਾ ਪਾਉਣ ਦੀ ਮੇਰੀ ਆਦਤ ਨਹੀਂ। ਪ੍ਰੋਫੈਸਰ ਬੋਲਿਆ। ਚੰਗਾ ਚੰਗਾ ਪ੍ਰੋਫੈਸਰ ਸਾਹਿਬ, ਸੰਨਿਆਸੀ ਨੇ ਆਖਿਆ, ਅੱਗ ਦੇ ਕੋਲ ਆ ਜਾਓ। ਤੁਹਾਡੀ ਆਲੋਚਨਾ ਪ੍ਰੋਫੈਸਰ ਸਾਹਿਬ ਚੰਗੀ ਹੁੰਦੀ ਹੈ। ਨਹੀਂ ਨਹੀਂ, ਮੈਂ ਇੱਥੇ ਆਰਾਮ ਨਾਲ ਬੈਠਾਂਗਾ। ਪ੍ਰੋਫੈਸਰ ਨੇ ਆਪਣੀ ਥਾਂ 'ਤੇ ਹੀ ਬੈਠੇ ਰਹਿਣ ਦੀ ਜਿੱਦ ਕੀਤੀ। ਉਸ ਦੇ ਸਰੀਰ ਦੇ ਵਿੱਚੋਂ ਬੜੀ ਵਿਚਿੱਤਰ ਜਿਹੀ ਤੇਜ਼ ਬੋ ਆ ਰਹੀ ਸੀ। ਉਸ ਦੀ ਸ਼ਖਸੀਅਤ ਦਾ ਮੇਰੇ 'ਤੇ ਕਾਫੀ ਅਧਿਆਤਮਕ ਪ੍ਰਭਾਵ ਪਿਆ। ਇਸ ਤੋਂ ਪਹਿਲਾਂ 3 ਬੰਦੇ ਹੋਰ ਉਸ ਮੰਦਰ 'ਚ ਆਏ। ਪਹਿਲਾ ਆਦਮੀ ਇੱਕ ਨੌਜਵਾਨ ਪਹਿਲਵਾਨ ਸੀ ਜਿਸ ਦਾ ਨਾਂ ਵੁਲਫਸਨ ਹੈਂਡਰ ਬਰਕਲੇ ਸੀਗਾ। ਦੂਜਾ ਸੀ ਹੈਨਰੀ ਵਾਲਟਲ ਕੌਮਥੇ, ਜਿਸ ਨੂੰ ਹੈਨਰੀ ਕਹਿ ਕੇ ਬੁਲਾਉਂਦੇ ਸਨ, ਅਤੇ ਉਹ ਦੇਖਣ ਵਿੱਚ ਸੁੰਦਰ ਸੀ, ਸਿਰ ਉੱਚਾ ਕਰਕੇ ਸ਼ਾਹੀ ਕਦਮਾਂ ਨਾਲ ਤੁਰਦਾ ਸੀ। ਅਤੇ ਹੌਂਗ ਨੇ ਮੈਨੂੰ ਦੱਸਿਆ ਕਿ ਉਹ ਅਜੇ ਤੱਕ ਕੁਆਰਾ ਹੈ ਅਤੇ ਅੱਜ ਕੱਲ੍ਹ ਕਿਸੇ ਦੇ ਪਿਆਰ 'ਚ ਫਸਿਆ ਹੋਇਆ, ਅਤੇ ਔਰਤਾਂ ਲਈ ਤਾਂ ਪੂਰਾ ਰਾਖਸ਼ ਹੈ। ਇਹ ਸਿਰਫ ਪਿਆਰ ਗੀਤ ਲਿਖਦਾ ਹੈ ਅਤੇ ਨਵੀਂ ਪੀੜ੍ਹੀ ਦੇ ਵਿੱਚ ਉਸ ਦੀ ਕਾਫੀ ਸ਼ੋਹਰਤ ਹੈ। ਤੀਜਾ ਸੀ ਅਨਬਲਿਕਤਜ਼। ਉਸ ਦੀ ਸ਼ਖਸੀਅਤ ਸਭ ਲੋਕਾਂ ਨਾਲੋਂ ਵੱਖਰੀ ਸੀ, ਜਿਸ ਨੂੰ ਮੈਂ ਕਦੇ ਭੁੱਲ ਨਹੀਂ ਸੀ ਸਕਦਾ।
ਉਹ ਦੇਖਣ ਤੇ ਸੁਣਨ ਦੇ ਵਿੱਚ ਹੀ ਜਨਾਨਾ ਜਿਹਾ ਲੱਗਦਾ ਸੀ ਤੇ ਉਸ ਦੀ ਆਵਾਜ਼ ਵੀ ਜਨਾਨਾ ਸੀ ਤੇ ਉਸ ਦੀ ਹਰਕਤ ਤੇ ਅਦਾਵਾਂ ਵੀ ਜਨਾਨੀਆਂ ਵਰਗੀਆਂ। ਉਹਦੇ ਲੰਬੇ ਲੰਬੇ ਨਹੁੰ ਵਾਲੀਆਂ ਉਂਗਲਾਂ ਇੱਕ ਦੂਜੀ 'ਚੋਂ ਫਸਾ ਲੈਂਦਾ ਤੇ ਆਪਣੀਆਂ ਗੱਲਾਂ 'ਤੇ ਰੱਖ ਲੈਂਦਾ, ਤਦ ਵੀ ਅਦਾ ਨਾਲ ਬੋਲਦਾ। ਹੌਂਗ ਨੇ ਦੱਸਿਆ ਕਿ ਉਹ ਆਪਣੇ ਜ਼ਮਾਨੇ ਦਾ ਸਭ ਤੋਂ ਭਾਵੁਕ ਕਵੀ ਹੈ। ਬਰਕਲੇ ਅਤੇ ਕਤਜ਼ ਇੱਕ ਦੂਸਰੇ ਨਾਲ ਘਿਰਨਾ ਕਰਦੇ ਨੇ ਕਿਉਂਕਿ ਦੋਨੇ ਲਵ ਸੌਂਗ ਲਿਖਦੇ ਨੇ, ਪ੍ਰੇਮ ਗੀਤ ਲਿਖਦੇ ਨੇ। ਬਹਿਰਹਾਲ ਉੱਥੇ ਜਿੰਨੇ ਵੀ ਆਦਮੀ ਮੌਜੂਦ ਸੀ ਸਭ ਆਪਣੇ ਆਪ ਨੂੰ ਨਵੀਂ ਕਾਵਧਾਰਾ ਦੇ ਨੇਤਾ ਸਮਝਦੇ ਸਨ। ਉਹਨਾਂ ਨੂੰ ਇਸ ਗੱਲ 'ਤੇ ਫਖਰ ਸੀ ਕਿ ਉਹਨਾਂ ਦੀਆਂ ਕਵਿਤਾਵਾਂ ਆਪਣੀ ਤਰ੍ਹਾਂ ਦੀਆਂ ਇੱਕੋ ਹੀ ਤਰ੍ਹਾਂ ਦੀਆਂ ਨੇ, ਇੰਨੀਆਂ ਗੂੜ੍ਹ ਨੇ ਕਿ ਆਸਾਨੀ ਨਾਲ ਸਮਝ ਨਹੀਂ ਆਉਂਦੀਆਂ। ਤੂਫੋ, ਲੀਪੋ ਅਤੇ ਇੱਕ ਹੋਰ ਬੰਦੇ ਨੇ ਆਪਣੀਆਂ ਕਵਿਤਾਵਾਂ ਸੁਣਾਈਆਂ। ਉਹਨਾਂ ਕਵਿਤਾਵਾਂ ਦਾ ਸਿਰ ਪੈਰ ਕੁਝ ਵੀ ਪੱਲੇ ਨਹੀਂ ਸੀ ਪੈਂਦਾ। ਬਾਹਰਲੇ ਬੰਦਿਆਂ ਦੀ ਗੱਲ ਛੱਡੋ, ਖੁਦ ਇਹਨਾਂ ਦੇ ਵਿੱਚੋਂ ਵੀ ਕਵੀ ਕਈ ਅਜਿਹੇ ਸਨ ਜਿਹੜੇ ਉਹਨਾਂ ਨੂੰ ਸਮਝਣ ਤੋਂ ਸਮਰੱਥ ਸਨ। ਇਸ ਸਾਲ ਦੇ ਨੇਤਾ ਸ਼੍ਰੀ ਡੌਨ ਦੀ ਕਵਿਤਾ ਦੀ ਇੱਕ ਸਤਰ ਸੀ, ਦੂਜ ਦੇ ਚੰਦ ਵਰਗੀ, ਗੋਲ ਵੀ ਤੇ ਚੌਰਸ ਵੀ, ਗੁਲਾਬ ਦੀਆਂ ਕਲੀਆਂ ਨੁਕੀਲੀਆਂ ਜਿਵੇਂ ਚਮਕਦੀਆਂ ਨੇ। ਪ੍ਰੋਫੈਸਰ ਕਿਊ ਪਾਈਨ ਕਿਸ ਦੀ ਤਾਰੀਫ ਕਰ ਰਹੇ ਸਨ, ਮੇਰੀ ਸਮਝ 'ਚ ਕੁਛ ਨਹੀਂ ਆਇਆ ਕਿ ਕਿਹਨੂੰ ਕਹਿ ਰਿਹਾ ਦੂਜ ਦੇ ਚੰਦ ਵਰਗੀ। ਮੈਂ ਪੁੱਛਿਆ, ਪ੍ਰੋਫੈਸਰ ਸਾਹਿਬ ਇਹ ਗੋਲ ਵੀ ਤੇ ਚੌਰਸ ਵੀ ਤੇ ਗੁਲਾਬ ਦੀਆਂ ਕਲੀਆਂ ਵਰਗੀ ਕਿਹੜੀ ਸ਼ੈ ਆ? ਤਾਂ ਸ਼੍ਰੀ ਡੌਨ ਦੀ ਪਤਨੀ ਦੇ ਪੈਰ ਦਾ ਅੰਗੂਠਾ ਤੇ ਦੂਜ ਦਾ ਚੰਦ ਵਰਗਾ ਕੀ ਹੋਇਆ? ਅੰਗੂਠੇ ਦਾ ਨਹੁੰ ਤੇ ਚਮਕਦੀ ਹੋਈ ਚੀਜ਼। ਮੈਂ ਪੁੱਛਿਆ, ਓਹੋ ਤੂੰ ਕਵਿਤਾ ਧਿਆਨ ਨਾਲ ਨਹੀਂ ਸੁਣੀ। ਡੌਨ ਨੇ ਆਪਣੀ ਪ੍ਰੇਰਨਾ ਦੇ ਸਰੋਤ ਨੂੰ ਕਾਵਿ ਦਾ ਵਿਸ਼ਾ ਬਣਾਇਆ। ਪਿਛਲੇ ਮਹੀਨੇ ਉਹ ਇੱਕ ਦਿਨ ਆਪਣੀ ਸ਼੍ਰੀਮਤੀ ਜੀ ਨਾਲ ਘੁੰਮਣ ਗਏ ਤੇ ਸ਼ਾਮ ਨੂੰ ਮੁੜਦੇ ਸਮੇਂ ਉਹਨਾਂ ਨੇ ਦੇਖਿਆ ਕਿ ਘਾਹ ਦੇ ਮੈਦਾਨ ਦੀ ਨਮੀ ਦੇ ਕਾਰਨ ਉਹਨਾਂ ਦੀ ਸ਼੍ਰੀਮਤੀ ਦੇ ਕੱਪੜੇ ਦੀ ਜੁੱਤੀ ਗਿੱਲੀ ਹੋ ਗਈ ਤੇ ਉਹਨਾਂ ਦੇ ਪੈਰਾਂ ਦੇ ਨਹੁੰ ਤਰ ਹੋ ਕੇ ਚਮਕਣ ਲੱਗੇ। ਕਵੀ ਨੇ ਇਸ ਕਵਿਤਾ ਦੇ ਵਿੱਚ ਅੰਗੂਠੇ ਤੇ ਉਸਦੇ ਨਹੁੰ ਦੇ ਸੁੰਦਰਤਾ ਦਾ ਵਰਣਨ ਕੀਤਾ ਤੇ ਇਹ ਕਵਿਤਾ ਦਾ ਪੂਰਾ ਆਨੰਦ ਲੈਣਾ ਜ਼ਰੂਰੀ ਹੈ ਕਿ ਤੁਸੀਂ ਕਵੀ ਦੇ ਨਿੱਜੀ ਜੀਵਨ ਨੂੰ ਵੀ ਜਾਣੋ, ਪ੍ਰੋਫੈਸਰ ਨੇ ਸਮਝਾਉਂਦਿਆਂ ਆਖਿਆ। ਮੈਂ ਪੁੱਛਿਆ, ਪਰ ਇਸ ਦੇ ਵਿੱਚ ਨਵਾਂਪਣ ਕੀ ਹੈ? ਘਾਹ ਦੇ ਮੈਦਾਨ 'ਚ ਤੁਰਿਆ ਜਾਂਦਿਆਂ ਜੇ ਕਿਸੇ ਔਰਤ ਦੇ ਪੈਰ ਭਿੱਜ ਗਏ ਤਾਂ ਇਹਦੇ 'ਚ ਨਵਾਂ ਕੀ ਆ? ਵੈਸੇ ਕਵੀਆਂ ਦੀਆਂ ਗੱਲਾਂ ਨਿਆਰੀਆਂ ਹੁੰਦੀਆਂ ਨੇ ਕਿਉਂਕਿ ਕਵੀਆਂ ਨੂੰ ਇਸ਼ਕ ਮੁਹੱਬਤ ਹੁੰਦਾ ਹੈ। ਸੋ ਖੈਰ ਨਵਾਂਪਣ ਕਿਉਂ ਨਹੀਂ? ਪ੍ਰੋਫੈਸਰ ਨੇ ਉੱਤਰ ਦਿੱਤਾ, ਨਵੇਂ ਨਵੇਂ ਸ਼ਬਦ, ਨਵੇਂ ਨਵੇਂ ਮੁਹਾਵਰੇ ਨਾਲ ਹੀ ਤਾਂ ਨਵਾਂਪਣ ਪੈਦਾ ਹੁੰਦਾ। ਪੁਰਾਣੇ ਜ਼ਮਾਨੇ ਦੇ ਕਵੀ ਵੀ ਅਜਿਹਾ ਹੀ ਕਰਦੇ ਸਨ। ਜਿੱਥੋਂ ਤੱਕ ਸਮਝ ਵਿੱਚ ਆਉਣ ਦਾ ਸਵਾਲ ਹੈ, ਅਸੀਂ ਕੀ ਕਰਦੇ ਹਾਂ? ਇਹ ਵਿਦਵਾਨ ਲੋਕਾਂ ਦਾ ਕੰਮ ਹੈ ਸਾਡੀਆਂ ਕਵਿਤਾਵਾਂ ਦੇ ਅਰਥ ਕੱਢਿਆ ਕਰਨ। ਜੇ ਕਵਿਤਾ ਹਰ ਬੰਦੇ ਦੀ ਸਮਝ ਵਿੱਚ ਆ ਗਈ ਤਦ ਕੀ ਗੱਲ ਕੀ ਰਹੀ? ਜਿਹੜੀ ਕਵਿਤਾ ਮੁਸ਼ਕਿਲ ਨਾਲ ਸਮਝ ਆਵੇ ਉਸੇ ਵਿੱਚ ਮਜ਼ਾ ਆਉਂਦਾ। ਜਾਣੀ ਵੈਸੇ ਕਾਵਿ ਸੰਸਾਰ ਦੇ ਵਿੱਚ ਅਗਰ ਤੁਸੀਂ ਵੇਖੀਏ, ਜਿਵੇਂ ਗੁਰੂ ਗ੍ਰੰਥ ਸਾਹਿਬ ਹੈ, ਇਹ ਸਾਰਾ ਕਾਵਿ ਦੇ ਰੂਪ 'ਚ ਹੈ, ਪੋਇਟਰੀ ਦੇ ਰੂਪ ਦੇ ਵਿੱਚ ਹੈ। ਇਹਦੀ ਇਹ ਖਾਸੀਅਤ ਹੈ ਕਿ ਇਸ ਨੂੰ ਰਾਗਾਂ ਦੇ ਵਿੱਚ ਲੈਬੱਧ ਕੀਤਾ ਹੋਇਆ। ਜਿਵੇਂ ਹੁਣ ਉਹ ਰਹਿਰਾਸ ਸਾਹਿਬ ਦੇ ਵਿੱਚ ਆਉਂਦਾ ਕਿ ਉਡੇ ਉਡਾਵੇ ਸੈਕੋਸਾਂ ਤਿਸ ਪਾਛੇ ਬਚਰੇ ਸ਼ਰੀਆ ਤਿਨ ਕਵਨ ਖਿਲਾਵੇ ਕਮਣ ਚਗਾਵੇ ਮਨ ਮੈਂ ਸਿਮਰਨ ਕਰੀਏ। ਜਾਣੀ ਇੱਕ ਕਾਵਿ ਕਲਪਨਾ ਦੀ ਉਡਾਰੀ ਹੈ ਕਿ ਕੂੰਜਾਂ ਕਿੰਨੀ ਦੂਰੋਂ ਤੋਂ ਉੱਡ ਕੇ ਆਉਂਦੀਆਂ ਨੇ, ਉਹ ਆਪਣੇ ਬੱਚੇ ਪਿੱਛੇ ਛੱਡ ਕੇ ਆਉਂਦੀਆਂ ਨੇ ਕਿ ਉਹਨਾਂ ਨੂੰ ਕਿਹਨੇ ਖਵਾਉਣਾ, ਕਿਹਨੇ ਪਾਲਣਾ। ਉਹ ਸਿਰਫ ਮਨ 'ਚ ਸਿਮਰਨ ਕਰ ਲੈਂਦੀਆਂ ਨੇ ਰੱਬ ਦੇ ਆਸਰੇ। ਸੋ ਇਹ ਇੱਕ ਅਧਿਆਤਮਕਵਾਦ ਦੀ ਕਾਵਿ ਕਲਪਨਾ ਹੈ ਨਾ। ਸੋ ਕੁਝ ਕਵੀਆਂ ਨੇ ਇਸੇ ਤਰ੍ਹਾਂ ਆਪਣੀਆਂ ਹੋਰ ਕਵਿਤਾਵਾਂ ਸੁਣਾਈਆਂ ਜਿਹੜੀਆਂ ਉਹਨਾਂ ਨੇ ਪਿਛਲੇ ਮਹੀਨੇ ਲਿਖੀਆਂ ਸਨ। ਲੋਕ ਆਲੋਚਨਾ ਕਰਨੀ ਭੁੱਲ ਕੇ ਇੱਕ ਦੂਸਰੇ ਦੀ ਇਹ ਲੋਕ ਤਾਰੀਫ ਕਰਨ ਲੱਗੇ। ਅਨੁਬਲੀ ਕਤਜ਼ ਸੀ ਜਿਹੜਾ, ਉਸਨੇ ਆਪਣੀ ਜਨਾਨਾ ਆਵਾਜ਼ ਦੇ ਵਿੱਚ ਇੱਕ ਕਵਿਤਾ ਸੁਣਾਈ। ਹੈਨਰੀ ਵਾਲਟਸ ਕੁਝ ਵੀ ਨਾ ਸੁਣਾ ਸਕਿਆ, ਸਗੋਂ ਮੁਰਗੇ ਵਾਂਗੂ ਬਾਂਗ ਦਿੰਦਾ ਹੋਇਆ ਉਸਨੇ ਦੱਸਿਆ ਕਿ ਉਸ ਨੂੰ ਆਪਣੀ ਪਤਨੀ ਤੋਂ ਵਿਹਲ ਨਹੀਂ ਮਿਲਿਆ, ਇਸ ਕਰਕੇ ਉਹ ਕੋਈ ਕਵਿਤਾ ਨਹੀਂ ਲਿਖ ਸਕਿਆ। ਕਿਉਂਕਿ ਕਾਵਿ ਲਿਖਣ ਵਾਸਤੇ ਵੀ ਇੱਕ ਮਾਹੌਲ ਦੀ ਜ਼ਰੂਰਤ ਹੁੰਦੀ ਹੈ। ਕਵਿਤਾਵਾਂ ਸੁਣਦਿਆਂ ਹੌਂਗ ਸੂਰ ਵਾਂਗੂ ਖਰਖਰਾ ਉੱਠਦਾ ਅਤੇ ਬਰਕਲੇ ਖੁਸ਼ੀ ਦੇ ਵਿੱਚ ਕੁੱਤੇ ਵਾਂਗੂ ਭੌਂਕਣ ਲੱਗਦਾ। ਸਾਡਾ ਮੇਜ਼ਬਾਨ ਸੁੱਕੀ ਤੂੜੀ ਦਾ ਤੀਲਾ ਚੱਬਦਾ ਹੋਇਆ ਅਤੀਤ ਵਿੱਚ ਗੁਆਚਿਆ ਹੋਇਆ ਸੀ, ਜਿਹੜਾ ਉਹ ਮੰਦਰ ਦਾ ਪੁਜਾਰੀ ਸੀ ਜਾਂ ਜੋ ਵੀ ਕਹਿ ਲਈਏ ਸੰਨਿਆਸੀ ਸੀ। ਇਸੇ ਤਰ੍ਹਾਂ ਬਰਫੀਲੀ ਰਾਤ ਕਾਫੀ ਲੰਘ ਗਈ। ਜਦੋਂ ਬਰਕਲੇ ਦੀ ਕਵਿਤਾ ਪੜ੍ਹਨ ਦੀ ਵਾਰੀ ਆਈ ਤਾਂ ਅਨੁਬਲੀ ਕਤਜ਼ ਚੁੱਪਚਾਪ ਉੱਠ ਕੇ ਖਿਸਕ ਗਿਆ। ਪ੍ਰੋਫੈਸਰ ਆਪਣੀ ਥਾਂ 'ਤੇ ਬੈਠਾ ਸੌਂ ਗਿਆ। ਉਹਦਾ ਸਿਰ ਝੁਕ ਗਿਆ, ਇਸ ਲਈ ਮੈਨੂੰ ਉਸਦੇ ਬਿਖਰੇ ਹੋਏ ਵਾਲ ਦਿਖਾਈ ਦੇ ਰਹੇ ਸਨ। ਕਰੀਬ 3 ਵਜੇ ਹੈਨਰੀ ਬਾਸਟਨ ਕੌਸਬੇ ਉਛਲ ਕੇ ਖੜ੍ਹਾ ਹੋਇਆ ਅਤੇ ਬੋਲਿਆ
कि वो सारी रात इत्थे ही गुजार रही है तो सवेरे तड़के उसने उठना है। तो हौंग भी अपनी थां ते सौ गया। उसका वड्डा ढिड खराटिਆਂ ਦੀ आवाज़ ਨਾਲ लय ਵਿੱਚ ਉੱਪਰ ਹੇਠਾਂ हो रहा सी। सिर्फ दो नौजवान डॉन ਅਤੇ ਬਰਕਲੇ पूरी तरह जम्मे रहे। लगता सी कि नींद ਦੀ ਉਹਨਾਂ ਨੂੰ बिल्कुल लोड़ नहीं सी। खैर मैं भी कदों ਦਾ सौ गया ਮੈਨੂੰ पता ही नहीं लगा। ਜਦੋਂ ਮੰਦਰ ਦੀਆਂ ਘੰਟੀਆਂ ਦੀ ਆਵਾਜ਼ ਸੁਣੀ ਤਾਂ ਸਾਡੀ ਨੀਂਦ ਟੁੱਟੀ। ਮੈਂ ਆਪਣੇ ਆਪ ਨੂੰ ਮੰਦਰ ਦੇ ਫਰਸ਼ ਤੇ ਸੁੱਤੇ ਹੋਏ ਵੇਖਿਆ ਤੇ ਅਜੀਬ ਕਿਸਮ ਦੀ ਤੇਜ਼ ਬੋ ਨਾਲ ਮੇਰੀਆਂ ਨਾਸਾਂ ਭਰ ਗਈਆਂ। ਅਸਮਾਨ ਖੁੱਲ੍ਹਾ ਸੀ। ਮੈਨੂੰ ਭੁੱਖ ਮਹਿਸੂਸ ਹੋਈ। ਮੈਂ ਛੇਤੀ ਉੱਠ ਕੇ ਆਲੇ ਦੁਆਲੇ ਵੇਖਿਆ। ਰਾਤ ਦੀ ਹਰ ਸ਼ੈ ਗਾਇਬ ਸੀ। ਨਾ ਕਿਤੇ ਅੱਗ ਸੀ, ਨਾ ਕਿਤੇ ਕੁਰਸੀਆਂ ਸੀ। ਮੰਦਰ ਇੱਕਦਮ ਖਾਲੀ ਤੇ ਵੀਰਾਨ ਸੀ। ਜਿਉਂ ਹੀ ਮੈਂ ਅੰਦਰ ਵਧਿਆ ਤਾਂ ਬੋ ਹੋਰ ਤੇਜ਼ ਹੁੰਦੀ ਗਈ। ਮੈਂ ਵੇਖਿਆ ਕਿ ਇੱਕ ਵੱਡੇ ਸਾਰੇ ਢਿੱਡ ਵਾਲਾ ਬੁੱਢਾ ਊਠ ਜ਼ਮੀਨ 'ਤੇ ਸੁੰਗੜਿਆ ਬੈਠਾ। ਉਸਨੇ ਮੇਰੇ ਵੱਲ ਧਿਆਨ ਨਾ ਦਿੱਤਾ ਤੇ ਉੱਤਰ ਦਿਸ਼ਾ ਦੇ ਵਿੱਚ ਇੱਕ ਕਮਜ਼ੋਰ ਗਧਾ ਖੜਾ ਸੀ ਤੇ ਉਸਦੀ ਖੱਲ ਕਈ ਥਾਵਾਂ ਤੋਂ ਛਿੱਲੀ ਗਈ ਸੀ। ਉਹ ਭੂਰੇ ਕੰਬਲ ਨਾਲ ਢਕਿਆ ਸੀ ਤੇ ਭੁੱਖ ਦੇ ਮਾਰੇ ਇੰਨਾ ਕਮਜ਼ੋਰ ਹੋ ਗਿਆ ਸੀ ਕਿ ਬੋਲ ਵੀ ਨਹੀਂ ਸੀ ਸਕਦਾ। ਉਸ ਦੀ ਹਾਲਤ ਤੋਂ ਸਥਿਰ ਹੋ ਕੇ ਮੈਂ ਤੂੜੀ ਦੀ ਭਾਲ ਕਰਨ ਲੱਗਾ। ਮੰਦਰ ਦੀ ਕੰਧ ਦੇ ਲਾਗੇ ਮੈਂ ਦੇਖਿਆ ਕਿ ਇੱਕ ਮੁਰਗਾ ਖੜਾ ਸੁੱਤਾ ਸੀ। ਬਾਹਰੀ ਹਿੱਸੇ ਦੇ ਇੱਕ ਟੁੱਟੇ ਮਕਾਨ ਦੇ ਵਿੱਚ ਕੁਝ ਤੂੜੀ ਨਜ਼ਰ ਆਈ। ਮੈਂ ਉੱਥੇ ਪਹੁੰਚਿਆ ਤਾਂ ਤੂੜੀ ਦੇ ਵਿੱਚੋਂ ਇੱਕ ਕਾਲੀ ਬਿੱਲੀ ਟੱਪ ਕੇ ਨਿਕਲੀ ਤੇ ਮੈਦਾਨ ਦੇ ਵਿੱਚ ਗੁਆਚ ਗਈ। ਮੈਂ ਥੋੜ੍ਹੀ ਜਿਹੀ ਤੂੜੀ ਲੈ ਕੇ ਗਧੇ ਕੋਲ ਪੁੱਜਾ ਤਾਂ ਉਸਨੇ ਬੜੀ ਅਪਣੱਤ ਨਾਲ ਮੇਰੇ ਵੱਲ ਵੇਖਿਆ ਤੇ ਉਸਦਾ ਇੱਕ ਗੋਡਾ ਸੁੱਜਿਆ ਹੋਇਆ ਸੀ ਤੇ ਮੈਨੂੰ ਆਪਣੇ ਮੇਜ਼ਬਾਨ ਦਾ ਗੋਡਾ ਯਾਦ ਆ ਗਿਆ। ਪਿਛਲੀ ਰਾਤ ਦੀ ਮਹਿਮਾਨ ਨਵਾਜ਼ੀ ਲਈ ਧੰਨਵਾਦ, ਮੈਂ ਆਖਿਆ। ਸੇਹੀ ਨੇ ਕ੍ਰੋਧਿਤ ਹੋ ਕੇ ਆਪਣੇ ਕੰਡੇ ਖੜੇ ਕੀਤੇ ਤਾਂ ਮੈਂ ਉੱਥੋਂ ਭੱਜਿਆ ਤੇ ਉਸਨੇ ਘਾਹ ਸੁੰਘ ਕੇ ਜੀਭ ਚਲਾਉਂਦਿਆਂ ਹੋਇਆ ਮੇਰੇ ਵੱਲ ਘੂਰਿਆ ਤੇ ਮੈਂ ਬਾਹਰ ਆਉਣ ਲੱਗਿਆ ਤਾਂ ਦੇਖਿਆ ਇੱਕ ਸੇਹੀ ਖੜੀ ਸੀ। ਸੇਹ ਨਹੀਂ ਹੁੰਦੀ ਕੰਡਿਆਂ ਵਾਲੀ। ਤੇ ਉਸਦੀਆਂ ਤੇਜ਼ ਅੱਖਾਂ ਦੇਖ ਕੇ ਮੈਨੂੰ ਪ੍ਰੋਫੈਸਰ ਦਾ ਖਿਆਲ ਆ ਗਿਆ। ਬੜੀ ਖੁਸ਼ੀ ਹੋਈ ਤੁਹਾਡੀਆਂ ਆਲੋਚਨਾਵਾਂ ਸੁਣ ਕੇ। ਮੈਂ ਆਖਿਆ। ਮੇਰਾ ਘੋੜਾ ਠੀਕ ਤਰ੍ਹਾਂ ਰੁੱਖ ਨਾਲ ਬੰਨਿਆ ਹੋਇਆ ਸੀ। ਦਿਨ ਕਾਫੀ ਚੜ੍ਹ ਗਿਆ। ਮੈਂ ਤੁਰ ਪਿਆ। ਰਾਹ ਵਿੱਚ ਇੱਕ ਪਿੰਡ ਦੀ ਸਰਾਂ ਦੇ ਵਿੱਚ ਮੈਂ ਨਾਸ਼ਤਾ ਕਰਨ ਦੇ ਇਰਾਦੇ ਨਾਲ ਰੁਕ ਗਿਆ ਤਾਂ ਉੱਥੇ ਇੱਕ ਕੁੱਤਾ ਜ਼ਮੀਨ ਸੁੰਘਣ ਦੇ ਇਰਾਦੇ ਨਾਲ ਪੂਛ ਹਿਲਾਉਂਦਾ ਮੇਰੇ ਕੋਲ ਆਇਆ। ਉਹ ਬਰਕਲੇ, ਕੀ ਹਾਲ ਹੈ? ਮੈਂ ਉਸਦੀ ਪਿੱਠ ਥਾਪੜਦਿਆਂ ਆਖਿਆ, ਤੁਸੀਂ ਇਸ ਨੂੰ ਕਿਸ ਨਾਂ ਨਾਲ ਬੁਲਾਇਆ? ਸਰਾਂ ਦੇ ਮਾਲਕ ਨੇ ਪੁੱਛਿਆ। ਕੁਝ ਖਾਸ ਨਹੀਂ, ਕਿਸੇ ਖਾਸ ਨਾਂ ਨਾਲ ਨਹੀਂ, ਮੈਂ ਗੱਲ ਟਾਲੀ। ਸਾਹਿਬ, ਇਹ ਕੁੱਤਾ ਬੜਾ ਸ਼ਿਕਾਰੀ ਹੈ, ਮੈਂ ਬੰਨ੍ਹ ਕੇ ਰੱਖਦਾ, ਨਹੀਂ ਤਾਂ ਪਿੰਡ ਦੀਆਂ ਸਾਰੀਆਂ ਮੁਰਗੀਆਂ ਤੇ ਬੱਚੇ ਖਾ ਜਾਵੇ। ਮੈਂ ਸਰਾਂ ਦੇ ਮਾਲਕ ਨੂੰ ਰਾਤ ਦਾ ਵਿਚਿੱਤਰ ਕਿੱਸਾ ਨਹੀਂ ਸੁਣਾਇਆ ਤੇ ਅੱਗੇ ਵਧ ਗਿਆ। ਅਗਲੇ ਪਿੰਡ ਦੀ ਸਰਾਂ ਦੇ ਵਿੱਚ ਮੇਰਾ ਨੌਕਰ ਮੈਨੂੰ ਮਿਲ ਗਿਆ। ਸੋ ਇਹ ਜਾਣੀ ਇੱਕ ਕਲਪਨਾ ਆ ਜਿਸ ਦੇ ਵਿੱਚ ਉਸਨੇ ਲੇਖਕ ਵਾਂਗ ਸ਼ੂ ਨੇ ਇੱਕ ਸੀਨ ਸਿਰਜਿਆ ਕਿ ਇਹ ਜਿਹੜੇ ਕਵੀ ਲੋਕ ਹੁੰਦੇ ਨੇ ਇਹ ਕਿੱਦਾਂ ਦੇ ਨੇ। ਜਿਸ ਤਰ੍ਹਾਂ ਉਹਨੇ ਫਿਰ ਤਸ਼ਬੀਹ ਦਿੱਤੀ ਹੈ ਉਹਨਾਂ ਦਾ ਆਪਣਾ ਆਪਣਾ ਖੈਰ ਨਜ਼ਰੀਆ। ਪਰ ਇਹ ਗੱਲ ਵੀ ਨਹੀਂ, ਕਿਉਂਕਿ ਕਾਵ ਜੇ ਤੁਸੀਂ ਵੇਖੋ ਕਿ ਕਾਵ ਦੇ ਵਿੱਚ ਬਹੁਤ ਸ਼ਕਤੀ ਹੈ। ਜਿੰਨੇ ਵੀ ਗੀਤ ਨੇ, ਜਿੰਨੀਆਂ ਵੀ ਕਵਿਤਾਵਾਂ ਨੇ ਜਾਂ ਜਿੰਨੇ ਵੀ ਸ਼ਲੋਕ ਨੇ, ਕਹਿ ਲਈਏ ਕਿਸੇ ਵੀ ਧਰਮ ਦੇ ਮੰਤਰ ਨੇ, ਸ਼ਲੋਕ ਨੇ, ਉਹ ਸਾਰੇ ਰਿਦਮ 'ਚ ਨੇ, ਪੋਇਟਰੀ 'ਚ ਨੇ। ਸੋ ਇਸ ਉਹੀ ਕਹਿੰਦੇ ਨੇ ਕਿ ਜਿੱਥੇ ਗੱਲਬਾਤ ਰੁਕਦੀ ਹੈ ਉੱਥੋਂ ਹੀ ਸੰਗੀਤ ਸ਼ੁਰੂ ਹੁੰਦਾ ਹੈ ਨਾ, ਜਿੱਥੇ ਵਾਰਤਕ ਰੁਕਦੀ ਹੈ। ਸੋ ਵਲਵਲਾਇਆ, ਜਿਹਦੇ ਵਿੱਚ ਬਹੁਤ ਸਾਰੇ ਖਿਆਲਾਤ ਪੈਦਾ ਹੁੰਦੇ ਨੇ। ਸੋ ਇਹ ਸੀ ਚੀਨ ਦੀ ਇੱਕ ਕਹਾਣੀ, ਕਵੀਆਂ ਦਾ ਕਲੱਬ, ਲੇਖਕ ਵਾਂਗ ਸ਼ੂ। ਸੋ ਇਹ ਕਵੀਆਂ ਦੀ ਜ਼ਿੰਦਗੀ ਤੇ ਕਹਾਣੀ ਸੀ। ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ। ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੀ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤਾਂ ਹੁੰਦੀਆਂ। ਅਤੇ ਇਹਨਾਂ ਪ੍ਰੋਗਰਾਮਾਂ ਦਾ ਲਿੰਕ ਜਾਂ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਵਾਸਤੇ ਆਪਣਾ ਪਟਿਆਲਾ ਸਟੂਡੀਓ ਦਾ ਨੰਬਰ 98 763 096 55 98763 09655। ਅਤੇ ਸਿਕੰਦਰ ਜੀ ਕਹਿੰਦੇ ਕੋਈ ਗੱਲ ਨਹੀਂ, ਸ਼ਾਮ ਹੈ, ਠੀਕ ਹੈ ਜੀ। शाम को शराब शवाब चलती जलती है, अरिजीत सिंह सर कहते हैं। शाम को जाम चलते हैं। खैर हिंदी बोलने के मूड च ने हैं, नहीं हिंदी वाली कोई गल नहीं। थैंक यू। तो ये सी दोस्तों कहानी, तो इन्हां कहानियों के लिंक अपने कहानी पाठ के तुहानूं मिल जाएंगे। चंगा लगा तो सुन ते साझा कर सकते हो।